व्यूअर्स वेलकम बैक ऑन प्रोग्राम। सो व्यूअर्स गलबात ਕਰਨ ਜਾ ਰਹੇ ਹਾਂ ਕਿ ਭਾਰਤ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੋਣ ਤੋਂ ਬਾਅਦ ਹੁਣ ਫਿਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੇ ਏਜੰਡੇ ਨੂੰ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਦੇ ਨਾਂ ਥੱਲੇ ਲਾਗੂ ਕਰ ਰਹੀ ਹੈ। ਸੋ 1875 ਵਿੱਚ ਲਿਖਿਆ ਵੰਦੇ ਮਾਤਰਮ ਗੀਤ ਜਿਹੜਾ ਹੈ ਆਨੰਦ ਮੱਠ ਕਿਤਾਬ ਦਾ ਹਿੱਸਾ ਸੀ। ਸੋ ਇਸ ਨਾਲ ਭਾਰਤ ਨੂੰ ਇੱਕ ਦੁਰਗਾ ਦੇਵੀ ਦਾ ਰੂਪ ਦੇ ਕੇ ਪੇਸ਼ ਕੀਤਾ ਗਿਆ ਸੀ ਔਰ ਮੁੱਢਲੇ ਤੌਰ ਤੇ ਇਹ ਕਨਸੈਪਟ ਸਿੱਖੀ ਔਰ ਇਸਲਾਮ ਦੋਨਾਂ ਮਜ਼ਹਬਾਂ ਦੇ ਖਿਲਾਫ ਸੀ। ਸੋ ਕਿਉਂਕਿ ਅਸੀਂ ਇੱਕ ਰੱਬ ਵਿੱਚ ਯਕੀਨ ਰੱਖਦੇ ਹਾਂ ਔਰ ਧਰਤੀ ਪੂਜਨ ਜਾਂ ਦੁਰਗਾ ਦੇਵੀ ਵਿੱਚ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਕੂਲ ਡੇਜ਼ ਦੇ ਵਿੱਚ ਅਸੀਂ ਇਹ ਪੜ੍ਹਦੇ ਸੀ ਜਾਂ ਇਹ ਪੜ੍ਹਾਇਆ ਜਾਂਦਾ ਸੀ ਕਿ ਵੀ ਵੈਨ ਦਾ, ਔਰ ਇੱਕ ਫਰੇਜ਼ ਵੀ ਅੰਗਰੇਜ਼ੀ ਦਾ ਹੈ ਕਿ ਵੈਨ ਦਾ ਰੋਮ ਵਾਜ਼ ਬਰਨਿੰਗ ਨੀਰੋ ਵਾਜ਼ ਪਲੇਇੰਗ ਦਾ ਫਲੂਟ, ਜਾਂ ਕੁਛ ਇਸ ਕਿਸਮ ਦੇ ਸਾਜ਼ ਦਾ ਜ਼ਿਕਰ ਸੀ। ਔਰ ਇਹਨੂੰ ਹਿੰਦੀ ਜਾਂ ਪੰਜਾਬੀ 'ਚ ਕਿਹਾ ਜਾਂਦਾ ਸੀ ਕਿ ਰੋਮ ਸੜ ਰਿਹਾ ਸੀ ਤੇ ਬਾਦਸ਼ਾਹ ਨੀਰੋ ਬੰਸਰੀ ਵਜਾ ਰਿਹਾ ਸੀ। ਹੁਣ ਇਸ ਦੀ ਕਹਾਣੀ, ਕਿਉਂਕਿ ਅਦਰਵਾਈਜ਼ ਤੁਸੀਂ ਰੋਮ ਨਾਲ ਜੁੜਾ ਦੇਖੋ ਕਿ ਰੋਮ ਵਾਜ਼ ਨਾਟ ਬਿਲਟ ਇਨ ਅ ਡੇ, ਬਹੁਤ ਵੱਡਾ ਐਮਪਾਇਰ ਉਸ ਜ਼ਮਾਨੇ ਦਾ। ਲੇਕਿਨ ਜਦੋਂ ਕੋਈ ਐਮਪਾਇਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੋਂ ਜਾਂ ਲੋਕਾਂ ਨਾਲੋਂ ਬਿਲਕੁਲ ਟੁੱਟ ਜਾਂਦਾ ਹੈ ਔਰ ਉਹ ਪੈਲੇਸ ਦੇ ਵਿੱਚ ਸਿਮਟ ਜਾਂਦਾ ਹੈ, ਮਹਿਲ ਦੇ ਵਿੱਚ ਸਿਮਟ ਜਾਂਦਾ ਹੈ, ਜਿੱਥੇ ਸਾਜ਼ਿਸ਼ਾਂ ਹੀ ਪ੍ਰਧਾਨ ਹੁੰਦੀਆਂ ਨੇ, ਔਰ ਤੁਸੀਂ ਇੱਕ ਆਪਣੇ ਜਿਹੜੀ ਹੈ ਉਹ ਐਨਕਾਂ ਦੇ ਨਾਲ ਆਪਣੀ ਰਿਆਇਆ ਨੂੰ ਦੇਖ ਰਹੇ ਹੁੰਦੇ ਹੋ, ਤੇ ਫਿਰ ਇਵੈਂਚੁਅਲੀ ਜਿਹੜਾ ਹੈ ਉਹ ਲੋਕ ਖੜੇ ਹੋ ਜਾਂਦੇ ਨੇ ਔਰ ਤਬਦੀਲੀ ਹੁੰਦੀ ਹੈ। ਔਰ ਫਿਰ ਨੀਰੋ ਜਾਂ ਉਸ ਜਿਹੜੀ ਰਾਣੀ ਦਾ ਕੀ ਹਸ਼ਰ ਹੋਇਆ, ਜਿਹਨੂੰ ਜਦੋਂ ਲੋਕ ਬਾਹਰ ਨੇ ਔਰ ਉਹ ਮੰਗ ਕਰ ਰਹੇ ਨੇ ਕਿ ਜੀ ਸਾਨੂੰ ਇਹ ਮਿਲੇ, ਕਿਉਂਕਿ ਫ੍ਰੈਂਚ ਰੈਵੋਲੂਸ਼ਨ ਦੇ ਨਾਲ ਵੀ ਜੁੜੀ ਹੋਈ ਵੀ ਇਹੀ ਕਹਾਣੀ ਹੈ ਕਿ ਲੋਕ ਕਿਸਾਨ ਬਾਹਰ ਨੇ, ਆਲਾ ਦੁਆਲਾ ਰੌਲਾ ਪੈ ਰਿਹਾ, ਤੇ ਉਹ ਪੁੱਛਦੀ ਹੈ ਰਾਣੀ ਉਹਨੂੰ, ਆਪਣੇ ਬਾਦਸ਼ਾਹ ਨੂੰ, ਕਿ ਜੀ ਇਹ ਕਿਉਂ ਕੀ ਕਹਿ ਰਹੇ ਨੇ? ਕਹਿੰਦੇ ਵੀ ਇਹ ਜਿਹੜੇ ਕਹਿ ਰਹੇ ਨੇ ਬ੍ਰੈਡ ਬ੍ਰੈਡ ਬ੍ਰੈਡ, ਉਹ ਕਹਿੰਦੇ ਦੇ ਡੋਂਟ ਹੈਵ ਐਨੀ, ਕਹਿੰਦੇ ਵਾਈ ਡੋਂਟ ਦੇ ਈਟ ਕੇਕ। ਸੋ ਮਤਲਬ ਇਹ ਹੈ ਕਿ ਵੀ ਤੁਸੀਂ ਟੁੱਟੇ ਹੁੰਦੇ ਹੋ। ਸੋ ਰੋਮ ਸੜ ਰਿਹਾ ਤੇ ਨੀਰੋ ਜਿਹੜਾ ਹੈ ਉਹ, ਔਰ ਇਸੇ ਤਰ੍ਹਾਂ ਈਵਨ ਜਦੋਂ ਲਖਨਊ, ਜਿਹਨੂੰ ਅਵਧ ਕੇ ਨਵਾਬ ਹੈ ਕਿ ਵੀ ਉਹ ਦੁਸ਼ਮਣ ਚੜ੍ਹਿਆ ਆ ਰਿਹਾ, ਅੰਗਰੇਜ਼ ਇੱਥੇ ਪਹੁੰਚ ਗਏ, ਉੱਥੇ ਪਹੁੰਚ ਗਏ, ਉਹ ਚੌਪੜ ਖੇਡ ਰਹੇ ਨੇ ਬੈਠੇ, ਜਾਂ ਦਿੱਲੀ ਦਾ ਬਾਦਸ਼ਾਹ ਜਿਹੜਾ ਹੈ ਉਹ ਗਜ਼ਲਾਂ ਸੁਣਨ ਔਰ ਦੂਜੇ 'ਚ ਹੈ, ਔਰ ਉੱਧਰੋਂ ਫੌਜ ਆ ਰਹੀ ਹੈ, ਮੁਹੰਮਦ ਉਹ ਆ ਗਿਆ, ਨਾਦਰ ਆ ਗਿਆ, ਜਾਂ ਦੂਜਾ ਆ ਗਿਆ ਮੁਹੰਮਦ ਤੁਗਲਕ। ਹੁਣ ਇਹ ਸਾਰੀਆਂ ਕਹਾਣੀਆਂ ਤਾਂ ਪਾਸਟ ਦੀਆਂ ਨੇ, ਅਸੀਂ ਹੁਣ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਹਾਂ ਵੀ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਜਿਹੜਾ ਆਪਣੇ ਲੋਕਾਂ ਦੇ ਵਿੱਚ ਇਸ ਕਿਸਮ ਦੇ ਪ੍ਰੋਪੇਗੈਂਡੇ ਨਾਲ, ਜਿਸ ਨੂੰ ਉਹਨਾਂ ਨੇ ਵਿਸ਼ਵ ਗੁਰੂ ਔਰ ਪਤਾ ਨਹੀਂ ਕੀ ਪਾਸਟ ਦੇ ਨਾਲ, ਗਰਭ ਸੇ ਕਹੋ ਹਮ ਹਿੰਦੂ ਹੈ ਔਰ ਹਿੰਦੂਵਾਦ ਦੇ ਨਾਲ ਜੋੜ ਕੇ ਕੀ ਹਾਈਲਾਈਟ ਜਿਹੜਾ ਬਿਲਕੁਲ ਹੀ ਮਿਥਿਹਾਸ ਦੇ ਉੱਤੇ ਖੜਾ ਹੈ, ਔਰ ਮੰਦਰ ਬਣਾਓ ਔਰ ਉਸ ਦੀ ਪੂਜਾ 'ਤੇ ਲਾ ਦਿਓ ਜਾਂ ਉਹਦਾ ਕਰ ਦਿਓ। ਹੁਣ ਅਸਲੀ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਨੇ, ਅਨਇੰਪਲੋਇਮੈਂਟ ਕਿਸ ਲੈਵਲ 'ਤੇ ਪਹੁੰਚ ਗਈ, ਫੋਰਨ ਪਾਲਿਸੀ ਦਾ ਹਾਲ ਜਿਹੜੀ ਮਾੜਾ ਮੋਟਾ ਐਕਸਪੋਰਟ ਰਾਹੀਂ ਜਿਹੜਾ ਜਾਂਦਾ ਸੀ, ਐਕਸਪੋਰਟ ਘਟ ਗਈ, ਇੰਪੋਰਟ ਵੱਧ ਗਈ, ਤੁਹਾਡਾ ਸਾਰੀ ਮਹਿੰਗਾਈ ਦਾ ਬੁਰਾ ਹਾਲ ਹੈ, ਏਅਰ ਤੁਹਾਡੀ ਗੰਦੀ ਹੈ, ਦਿੱਲੀ ਜਿਹੜੀ ਹੈ ਉਹਦੇ ਚੌਕ, ਸੁਪਰੀਮ ਕੋਰਟ ਦਾ ਚੀਫ ਜਸਟਿਸ ਜਿਹੜਾ ਉਹ ਤਰੀਕ ਸੁਣਨ ਨਹੀਂ ਜਾਂਦਾ ਜੀ ਵੀ ਮੈਂ ਸੈਰ 'ਤੇ ਨਿਕਲਿਆ ਸੀ, ਮੇਰਾ ਤਾਂ ਸਾਹ ਬੰਦ ਹੋ ਗਿਆ ਤੇ ਮੈਂ ਹੁਣ ਵਰਚੁਅਲੀ ਉਹਨੂੰ ਕਰਾਂਗਾ। ਆਮ ਲੋਕਾਂ ਦਾ ਕੀ ਹਾਲ ਹੋਏਗਾ? ਔਰ ਇਸ ਸਭ ਦੇ ਬਾਵਜੂਦ ਭਾਰਤੀ ਪਾਰਲੀਮੈਂਟ ਦੇ ਵਿੱਚ ਦੋਨੋਂ ਹਾਊਸਿਸ ਦੇ ਵਿੱਚ ਡਿਬੇਟ ਕੀ ਹੋ ਰਹੀ ਹੈ? ਵੰਦੇ ਮਾਤਰਮ। ਕਿ ਜੀ ਇਹ ਬੰਕਮ ਚੰਦਰ ਚੈਟਰਜੀ ਨੇ 175 ਸਾਲ ਪਹਿਲਾਂ ਆਨੰਦ ਮੱਠ ਕਿਤਾਬ ਦੇ ਵਿੱਚ ਜਿਹੜਾ ਲਿਖਿਆ ਸੀ ਕਿ ਹੇ ਮਾਂ ਮੈਂ ਤੇਰੀ ਵੰਦਨਾ ਕਰਦਾ, ਉਹਨੂੰ ਹਾਲਾਂਕਿ ਵੰਦਨਾ ਨੂੰ ਤੁਸੀਂ ਸਲੂਟ ਵੀ ਕਹਿ ਸਕਦੇ ਹੋ, ਪਰ ਇਹਨਾਂ ਨੇ ਉਹਨੂੰ ਧਰਤੀ ਪੂਜਨ, ਭਾਰਤ ਮਾਤਾ, ਦੁਰਗਾ, ਔਰ ਵਕਤ ਨਹੀਂ ਹੈ ਕਿ ਆਨੰਦ ਮੱਠ ਜਿਹੜਾ ਇੱਕ ਨਫ਼ਰਤ ਫੈਲਾਉਣ ਵਾਲਾ ਸੀ, ਮੁਸਲਮਾਨਾਂ ਦੇ ਖਿਲਾਫ ਪੁੱਜ ਕੇ ਉਹ ਸਾਰੇ ਦੀ ਲਾਈਨ ਸੀ। ਔਰ ਜ਼ਾਹਰ ਹੈ ਕਿ ਵੀ ਇਹ ਲੇਟਰ ਔਨ ਇਸ ਦੀ ਵਰਤੋਂ ਅੱਡ-ਅੱਡ ਤਰੀਕਿਆਂ ਨਾਲ ਹੋਈ। 1896 ਦੇ ਵਿੱਚ ਕਾਂਗਰਸ ਦੀ ਕਨਵੈਨਸ਼ਨ ਦੇ ਵਿੱਚ, ਸਾਲਾਨਾ ਕਾਨਫਰੰਸ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਗਾਇਆ, ਜਿਹਨੂੰ ਬਾਅਦ ਦੇ ਵਿੱਚ ਟੈਗੋਰ ਨੂੰ ਗਾਂਧੀ ਜਿਹੜਾ ਹੈ ਉਹ ਗੁਰੂਦੇਵ ਕਹਿ ਕੇ ਐਡਰੈਸ ਕਰਦਾ ਸੀ। ਹੁਣ ਲੈ ਦੇ ਕੇ ਅਸੀਂ ਗੱਲ ਇਸ ਤੋਂ ਕਰਦੇ ਹਾਂ, ਔਰ ਇਹੀ
ਜਿਹੜਾ ਕਾਰਨ ਹੈ ਕਿ ਵੀ ਇਹ ਜਿਹੜਾ ਹਿੰਦੂ ਮੁਸਲਮਾਨ ਕਰਨ ਦੀ ਲਾਈਨ ਹੈ ਵਿਦਨ ਇੱਕ ਪਾਸੇ ਤੇ ਇਹੀ ਹਿੰਦੂਤਵੀ ਜਦੋਂ ਅੰਗਰੇਜ਼ਾਂ ਨੂੰ ਬਲੇਮ ਕਰਦੇ ਨੇ ਕਿ ਜੀ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਪਾਲਿਸੀ ਲਿਆਂਦੀ, ਵੰਡੋ ਤੇ ਰਾਜ ਕਰੋ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇਨੀਸ਼ੀਅਲੀ ਈਵਨ ਜਿਹੜਾ ਲਖਨਊ ਪੈਕਟ ਵੀ ਹੋਇਆ ਜਿਹਦੇ ਚ ਮੁਹੰਮਦ ਅਲੀ ਜਿਨਾ ਔਰ ਮੁਸਲਿਮ ਲੀਗ ਨੂੰ ਵੀ ਉਹ ਲੀਡ ਕਰਦੇ ਸੀ, ਕਾਂਗਰਸ ਦੇ ਵੀ ਲੀਡਰ ਸੀ, ਉਹਨਾਂ ਦਾ ਸਮਝੌਤਾ ਹੁੰਦਾ। ਹੁਣ ਡਿਵਾਈਡ ਲਾਈਨ ਕਿਹਨੇ ਦਿੱਤੀ, ਕਿਹਨੇ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ, ਸਾਵਰਕਰ ਤਾਂ ਬਾਅਦ ਚ ਆਉਂਦਾ, ਲੇਕਿਨ ਉਸ ਤੋਂ ਪਹਿਲਾਂ ਵੀ ਜਦੋਂ 1905 ਦੇ ਵਿੱਚ ਬੰਗਾਲ ਨੂੰ ਵੰਡਿਆ ਅੰਗਰੇਜ਼ਾਂ ਨੇ, ਉਹ ਉਦੋਂ ਹਾਲ ਇਹ ਸੀ ਕਿ ਹਿੰਦੂ ਜਿਹੜੇ ਨੇ ਉਹ ਵੱਡੇ ਵੱਡੇ ਇਜਾਰੇਦਾਰ ਸੀ, ਜ਼ਮੀਨਾਂ ਦੇ ਮਾਲਕ ਸੀ, ਭੂਮੀਹਾਰ ਲੋਕ ਸੀ, ਔਰ ਮੁਸਲਮਾਨ ਬਹੁਤੇ ਮੁਜਾਰੇ ਸੀ, ਗਰੀਬ ਸੀ। ਔਰ ਉਹ ਡਿਵੀਜ਼ਨ ਬੰਗਾਲ ਦੀ ਆਲਮੋਸਟ ਉਸੇ ਲਾਈਨ ਤੇ ਹੋਈ ਜਿਵੇਂ 47 ਦੇ ਵਿੱਚ ਬੰਗਲਾਦੇਸ਼ ਔਰ ਵੈਸਟ ਬੰਗਾਲ ਵੰਡੇ ਗਏ। ਲੇਕਿਨ ਕਾਂਗਰਸ, ਕਿਉਂਕਿ ਉਹਦੇ ਚੋਂ ਮੁਸਲਮਾਨਾਂ ਦਾ ਥੋੜਾ ਬਹੁਤ ਫਾਇਦਾ ਨਿਕਲਦਾ ਸੀ, ਕਾਂਗਰਸ ਨੇ ਵੀ ਇਹਨੂੰ ਇਸ਼ੂ ਬਣਾ ਲਿਆ। ਦੂਸਰਾ ਵੀ ਹੋ ਗਿਆ, ਬੰਦੇ ਮਾਤਰਮ ਵੀ ਵਿੱਚੇ ਹੀ ਬਾੜਤਾ ਉਹਦੇ ਲਿਆ ਕੇ। ਨਤੀਜੇ ਦੇ ਤੌਰ ਤੇ ਅੰਗਰੇਜ਼ਾਂ ਨੂੰ ਉਹ ਡਿਵੀਜ਼ਨ ਵਾਪਸ ਲੈਣੀ ਪਈ ਸੀ, ਲੇਕਿਨ ਉਹੀ 47 ਦੇ ਵਿੱਚ ਅਗੇਨ ਡਿਵਾਈਡ ਹੋਈ। ਹੁਣ ਜਿਹੜਾ ਬੰਦੇ ਮਾਤਰਮ ਚੈਟਰਜੀ ਦਾ ਹੈ ਉਹ ਹੈ ਬੰਗਲਾ 'ਚ ਹੈ, ਔਰ ਜਦੋਂ ਉਹਨੇ ਇਸ ਧਰਤੀ ਦੀ ਬੰਦਨਾ ਜਾਂ ਦੁਰਗਾ ਰੂਪ ਤੇ ਫਲਾਣਾ ਕਿਹਾ ਤੇ ਉਦੋਂ ਉਹਦੇ ਸਾਹਮਣੇ ਕੋਈ ਭਾਰਤ ਨਾਂ ਦਾ ਮੁਲਕ ਤਾਂ ਹੈ ਹੀ ਨਹੀਂ ਸੀ। ਔਰ ਜੇ ਤੁਸੀਂ ਉਸ ਦੀ ਸ਼ਬਦਾਵਲੀ ਵੀ ਦੇਖੋ ਜਿਹਦੇ 'ਚੋਂ ਕਹਿੰਦਾ ਹੂ ਹੈ ਇਹ, ਕਿਉਂਕਿ ਇਹ ਬੰਗਲਾ 'ਚ ਓਰੀਜਨਲ ਬੰਕਮ ਚੰਦਰ ਚੈਟਰਜੀ ਦਾ, ਇਹਨੂੰ ਅੰਗਰੇਜ਼ੀ ਟਰਾਂਸਲੇਸ਼ਨ ਸੇਂਟ ਔਰਵਿੰਦੋ ਨੇ ਕੀਤੀ, ਔਰ ਉਹਦੇ 'ਚ ਕਹਿੰਦਾ ਮਦਰ ਆਈ ਬੋ ਟੂ ਦੀ, ਹੇ ਮਾਂ, ਧਰਤੀ ਮਾਂ, ਮੈਂ ਤੇਰੇ ਅੱਗੇ ਝੁਕਦਾ, ਰਿਚ ਵਿਦ ਦਾਈ ਹਰਿੰਗ ਸਟਰੀਮਸ, ਬ੍ਰਾਈਟ ਵਿਦ ਔਰਚਰਡ ਗਲੀਮਸ, ਕੂਲ ਵਿਦ ਦਾਈ। ਲੇਕਿਨ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਵੀ ਭਾਰਤ ਦਾ ਤਾਂ ਕਾਨਸੈਪਟ ਹੀ ਨਹੀਂ ਸੀ। ਔਰ ਉਹਦੀ ਇੱਕ ਲਾਈਨ ਜਦੋਂ ਕਹਿੰਦਾ ਹੈ ਹੂ ਹੈਥ ਸੈਡ thou art weak in thy lands when the sword flash out in the 70 million hands and 70 million voices round। ਹੁਣ 70 ਮਿਲੀਅਨ ਕਿੰਨੇ ਹੁੰਦੇ ਨੇ ਜੀ? 7 ਕਰੋੜ। ਹੁਣ ਉਸ ਪੀਰੀਅਡ 'ਚ ਜਦੋਂ ਇਹ ਨਜ਼ਮ 1875 'ਚ ਲਿਖੀ ਗਈ, ਉਦੋਂ ਬੰਗਾਲ ਜਿਸ ਦੇ ਵਿੱਚ ਹੁਣ ਦਾ ਬਿਹਾਰ ਔਰ ਉੜੀਸਾ, ਇਹ ਬਾਅਦ ਸੂਬੇ ਅਲੱਗ ਕੀਤੇ, ਉਹਨਾਂ ਦੀ ਆਬਾਦੀ 7 ਕਰੋੜ ਸੀ। ਸੋ ਉਹ ਤਾਂ ਭਾਰਤ ਮਾਤਾ ਹੈ ਹੀ ਨਹੀਂ ਹੈ, ਉਹ ਤਾਂ ਬੰਗਾਲ ਨੂੰ, ਜਿਹੜਾ ਬੰਗਾਲ ਦੀ ਸਰਜ਼ਮੀਨ ਨੂੰ ਇਹ ਮਾਤਾ ਨਾਲ ਜੋੜ ਕੇ, ਔਰ ਕਿਉਂਕਿ ਜਿਹੜੀ ਬੰਗਾਲੀਆਂ ਦੀ ਗੋਡੈਸ ਵੀ ਹੈ ਉਹ ਦੁਰਗਾ ਪੂਜਾ, ਦੁਰਗਾ ਮੰਡਲ, ਔਰ ਹਜ਼ਾਰਾਂ ਦੀ ਗਿਣਤੀ ਸਰਕਾਰਾਂ ਵੀ ਗ੍ਰਾਂਟ ਦਿੰਦੇ। ਜਦੋਂ ਕਮਿਊਨਿਸਟ ਹਕੂਮਤ ਵੀ ਵੈਸਟ ਬੰਗਾਲ ਜੋਤੀ ਬਾਸੂ ਜਾਂ ਦੂਜੇ ਦੀ ਰਹੀ ਦੁਰਗਾ ਪੂਜਨ ਦੇ ਲਈ, ਤਾਂ ਵੀ ਸਰਕਾਰੀ ਗ੍ਰਾਂਟਾਂ ਮਿਲਦੀਆਂ ਰਹੀਆਂ। ਹੁਣ ਇਹ ਗੀਤ ਆਪਣੇ ਆਪ ਦੇ ਵਿੱਚ ਇਹ ਦੱਸਦਾ ਹੈ ਕਿ ਭਾਈ ਇਹ ਤਾਂ ਬੰਗਾਲ ਦੀ ਅਡਰੀ ਹੋਂਦ 7 ਕਰੋੜ ਲੋਕਾਂ ਦੀ, 70 ਮਿਲੀਅਨ ਦੀ ਜਿਹੜੀ ਹੈ, ਉਸ ਆਵਾਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਪਰ ਕਿਉਂਕਿ ਇਸ ਦੇ ਪਹਿਲੇ 2 ਪਹਿਰਿਆਂ ਨੂੰ, ਜਿਹੜੇ ਕਿ ਯੂਨੈਨਿਮਿਟੀ ਦੀ ਗੱਲ ਸੀ ਲੇਕਿਨ ਅਖੀਰਲੇ ਮੁਸਲਮਾਨ ਨਫ਼ਰਤ ਵਾਲੇ ਸੀ, ਉਹ ਛੱਡ ਦਿੱਤੇ ਗਏ। ਔਰ ਜਦੋਂ 47 ਦੇ ਵਿੱਚ ਕਨਸਟੀਟਿਊਸ਼ਨ ਵੀ ਬਣਿਆ, ਜਨ ਗਣ ਮਨ ਵੀ ਜਿਹੜਾ ਉਹ ਟੈਗੋਰ ਦਾ ਲਿਖਿਆ ਹੋਇਆ ਸੀ, ਭਾਵੇਂ ਉਹ ਜਿਹੜਾ ਉੱਥੇ ਆਇਆ ਕਿੰਗ ਜਾਰਜ ਉਹਦੀ ਤਾਰੀਫ ਦੇ ਵਿੱਚ ਹੀ ਸੀ, ਕਿਉਂਕਿ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਕਿ ਵੀ ਜਨ ਗਣ ਮਨ ਅਧਿਨਾਇਕ ਜਾਇਆ ਹੈ, ਭਾਰਤ ਭਾਗਿਆ ਵਿਧਾਤਾ। ਅਧਿਨਾਇਕ ਕਿ ਚਲਾਉਣ ਵਾਲੇ ਤੂੰ ਭਾਰਤ ਦੀ ਕਿਸਮਤ ਹੈ। ਇਹ ਗੱਲ ਮੈਂ ਨਹੀਂ ਕਿਹਾ, ਖੁਸ਼ਵੰਤ ਸਿੰਘ ਨੇ ਵੀ ਕਿਹਾ ਸੀ ਕਿ ਵੀ ਇਹ ਕਿਵੇਂ ਦਾ ਬਣਾਤਾ। ਇਸੇ ਤਰ੍ਹਾਂ ਜਿਹੜੀ 7 ਕਰੋੜ ਬੰਗਾਲ, ਜਿਸ ਬੰਗਾਲ 'ਚ ਉੜੀਸਾ ਔਰ ਬਿਹਾਰ ਸ਼ਾਮਲ ਸੀ, ਉਹਨੂੰ ਜਿਹੜਾ ਇੱਕ ਯੂਨਿਟ ਦੇ ਤੌਰ ਤੇ ਇੱਕ ਧਰਤੀ ਦੇ ਨਾਲ ਜੋੜ ਕੇ ਦੁਰਗਾ ਦੇ ਰੂਪ ਦੇ ਵਿੱਚ ਬੰਕਮ ਚੰਦਰ ਚੈਟਰਜੀ ਨੇ ਆਨੰਦ ਮਠ 'ਚ ਦਿੱਤਾ, ਉਹਨੂੰ ਰਾਸ਼ਟਰੀ ਗੀਤ ਬਣਾ ਦਿੱਤਾ ਗਿਆ ਕਿ ਨੈਸ਼ਨਲ ਐਂਥਮ ਇਹ ਹੈ, ਨੈਸ਼ਨਲ ਗੀਤ ਇਹ ਹੈ। ਹੁਣ ਇਹ ਵੀ ਹੋ ਗਿਆ, ਇਹਨੂੰ ਨਾ ਕਦੇ RSS ਨੇ ਉਦੋਂ ਮੰਨਿਆ, ਕਦੇ RSS ਦਾ ਕੋਈ, ਇਹ ਠੀਕ ਹੈ ਇੱਕ ਸਟੇਜ ਦੇ ਉੱਤੇ ਇਹ ਇੱਕ ਯੂਨਿਟੀ ਦਾ ਪ੍ਰਤੀਕ ਬਣ ਗਿਆ ਸੀ। ਜਦੋਂ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਬਣਾਈ ਔਰ ਦਿੱਲੀ ਚਲੋ ਇਹ ਕਾਲ ਦਿੱਤੀ, ਤਾਂ ਉਸ ਦੇ ਵਿੱਚ ਉਹਨੇ ਵੀ ਜਿਹੜੀ ਹੈ ਇਸ ਨੂੰ ਜਿਹੜੀ ਹੈ ਫੌਜੀ ਟਿਊਨ ਦੇ ਉੱਤੇ ਵੰਦੇ ਮਾਤਰਮ ਦੇ ਥੱਲੇ ਜਿਹੜਾ ਉਹਨੂੰ ਪ੍ਰਮੋਟ ਕੀਤਾ ਕਿ ਇਹ ਇੱਕ ਯੂਨਿਟੀ ਦਾ ਪ੍ਰਤੀਕ ਬਣਾਤਾ। ਲੇਕਿਨ ਹੁਣ ਜਦੋਂ ਕਿ ਇਹ ਸਾਰੇ ਪਾਸਿਓਂ ਮੋਦੀ ਸਰਕਾਰ ਫੇਲ ਹੋਈ ਹੈ, ਇਹਨਾਂ ਨੇ ਪੂਰੀ ਡਿਬੇਟ ਪਾਰਲੀਮੈਂਟ ਦੇ ਵਿੱਚ ਵੀ, ਰਾਜ ਸਭਾ 'ਚ ਜਿਹੜਾ ਪਾਰਲੀਮੈਂਟ 'ਚ ਮੋਦੀ ਹੈ ਬੋਲ ਰਿਹਾ, ਉਹਦੇ 'ਚ ਰਾਜ ਸਭਾ 'ਚ ਅਮਿਤ ਸ਼ਾਹ ਬੋਲ ਰਿਹਾ, ਕਾਂਗਰਸ ਦੀ ਪ੍ਰਿਯੰਕਾ ਰਾਹੁਲ ਔਰ
ਉਹ ਜਿਹੜਾ ਖੜਗੇ ਹੈ ਰਾਜ ਸਭਾ 'ਚ ਆਪੋਜੀਸ਼ਨ ਦਾ ਲੀਡਰ, ਉਹ ਕਾਊਂਟਰ ਕਰ ਰਹੇ ਨੇ ਕਿ ਜੀ ਨਹਿਰੂ ਨਹੀਂ ਸੀ ਚਾਹੁੰਦਾ ਬੋਲਣ ਇਸ ਨੂੰ, ਫਲਾਣਾ ਨਹੀਂ ਸੀ ਚਾਹੁੰਦਾ, ਢਿਮਕਾ ਨਹੀਂ। ਮੈਨੂੰ ਵੀ ਦੋ ਕਨੇ ਦੀ ਕਾਲ ਆਈ ਕਿ ਜਿਹਦੇ ਤੇ ਸਾਡੀ ਕੀ ਪੋਜੀਸ਼ਨ ਹੈ। ਮੈਂ ਕਿਹਾ ਵੀ ਇਹ ਜਿਹੜਾ ਈਵਨ ਜਦੋਂ ਦੇਸ਼ ਭਗਤੀ ਲਫ਼ਜ਼ ਕਿਹਾ ਜਾਂਦਾ ਹੈ, ਮਿੱਟੀ ਨਾਲ ਮੁਹੱਬਤ, ਮੈਂ ਕਿਹਾ ਜੀ ਸਰ ਕਪੂਰ ਸਿੰਘ ਹੋਰਾਂ ਦਾ ਇਹ ਬੜਾ ਕਲੀਅਰ ਲਾਈਨ ਸੀ। ਕੱਲੀ ਇਹ ਵੰਦੇ ਮਾਤਰਮ ਤਾਂ ਨਹੀਂ, ਜਿਹੜੀ ਬਹੁਤ ਵਾਰੀ ਆ ਧਰਤੀ ਪੂਜਨ ਤੇ ਮਿੱਟੀ ਨੂੰ ਤੁਸੀਂ ਜਿਹੜਾ ਉਹ ਉਹਨਾਂ ਨੇ, ਸਰ ਕਪੂਰ ਸਿੰਘ ਕਹਿੰਦੇ ਸੀ ਵੀ ਸਾਡੀ ਪੋਜੀਸ਼ਨ ਤਾਂ ਇਹ ਹੈ ਕਿ ਵੀ ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਗਧੇ ਨੂੰ ਮਿੱਟੀ ਨਾਲ ਬਹੁਤ ਪਿਆਰ ਹੁੰਦਾ ਕਿਉਂਕਿ ਮਿੱਟੀ 'ਚ ਲਿਟਦਾ। ਸਾਡੇ ਲਈ ਜਿੱਥੇ ਵੀ ਸਿੱਖ ਹੈ ਉਹ ਇੱਕ ਅਕਾਲ ਪੁਰਖ 'ਚ ਯਕੀਨ ਰੱਖਦਾ। ਇਹ ਠੀਕ ਹੈ ਕਿ ਜਦੋਂ ਅਸੀਂ ਇਹ ਧਰਤੀ ਮਾਂ ਕਿਹਾ ਜਾਂਦਾ ਹੈ ਤੇ ਉਹ ਇਸ ਸੈਂਸ ਉਹਦੇ 'ਚ ਸਾਰੀ ਧਰਤੀ ਦਾ ਕਨਸੈਪਟ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ। ਉੱਥੇ ਕੋਈ ਬਾਉਂਡਰੀ ਨਹੀਂ ਖਿੱਚੀ ਹੋਈ ਕਿ ਬੰਗਾਲ ਦੀ ਧਰਤੀ ਜਿਹੜੀ 70 ਮਿਲੀਅਨ ਲੋਕਾਂ ਦੀ ਹੈ, 7 ਕਰੋੜ ਵੰਦੇ ਮਾਤਰਮ ਕਹਿ ਰਹੇ ਨੇ ਔਰ ਹੇ ਮਾਂ ਹੇ ਦੁਰਗਾ ਤੂੰ ਫਲਾਣਾ। ਸੋ ਇਹਦਾ ਆਨੰਦ ਮੱਠ ਦਾ ਜਾਂ ਹਿੰਦੂ ਤਵੀਆਂ ਦੀ ਆਈਡੀਓਲੋਜੀ ਜਿਹੜੀ ਅੱਜ ਜਿੱਧਰ ਲਿਜਾ ਰਹੇ ਨੇ, ਇਹਨਾਂ ਨੇ ਫਿਰ ਕੀ ਕੀਤਾ ਕਿ ਉਸ ਨੂੰ ਜਿਹੜਾ ਮਹਿਦੂਦ, ਜਦੋਂ ਜਿਹੜਾ ਉਹ ਚੈਟਰਜੀ ਉਹਨੂੰ ਲਿਖ ਰਿਹਾ ਉਹ ਸਿਰਫ ਤੇ ਸਿਰਫ ਬੰਗਾਲ ਪ੍ਰੋਵਿੰਸ ਲਈ ਹੈ, ਉਹਨੂੰ ਪੂਰੇ ਭਾਰਤ ਦੇ ਨਕਸ਼ੇ 'ਚ, ਔਰ ਤੁਸੀਂ ਜਦੋਂ ਭਾਰਤ ਦਾ ਨਕਸ਼ਾ ਵੀ ਦੇਖੋਗੇ ਤਾਂ ਉਹਦੇ 'ਚ ਦੁਰਗਾ ਸ਼ੇਰ ਦੇ ਉੱਤੇ ਚੜ੍ਹੀ ਹੋਈ, ਇੱਕ ਹੱਥ ਇੱਥੇ, ਇੱਕ ਉਹਦਾ ਕੇਰਲਾ 'ਚ ਹੈ, ਇੱਕ ਪੈਰ ਉਹਦੇ ਕਸ਼ਮੀਰ 'ਚ ਹੈ ਤੇ ਫਲਾਣਾ। ਉਹਨੂੰ ਉਹਨਾਂ ਨੇ ਇੱਕ ਧਾਰਮਿਕ ਰੰਗਤ ਦੇ ਕੇ ਇਹ ਬਣਾ ਦਿੱਤਾ ਕਿ ਭਾਈ ਇਹ ਇਨਡਿਵਿਜ਼ੀਬਲ ਹੈ, ਇਹਨੂੰ ਡਿਵਾਈਡ ਹੀ ਨਹੀਂ ਕੀਤਾ ਜਾ ਸਕਦਾ। ਔਰ ਜਿਹੜਾ ਵੀ ਭਾਰਤ ਦੇ ਕਿਸੇ ਸੂਬੇ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦਾ ਹੈ ਉਹ ਰਾਖਸ਼ਸ ਹੈ, ਕਿਉਂਕਿ ਦੁਰਗਾ ਦਾ ਕਨਸੈਪਟ, ਦੁਰਗਾ ਦੇ ਨਾਲ ਜਾਂ ਵੰਦੇ ਮਾਤਰਮ ਦੇ ਨਾਲ ਜਦੋਂ ਜਿਹੜਾ ਕਨਸੈਪਟ ਹੈ ਰਾਖਸ਼ਸ, ਜਿਹੜੀ ਦੁਰਗਾ ਹੈ ਉਹਦੇ ਹੱਥ 'ਚ ਤਾਂ ਖੱਪਰ ਹੈ, ਰਾਖਸ਼ਾਂ ਦਾ ਖੂਨ ਪੀਣ ਵਾਲਾ, ਉਹ ਸਾਰੇ ਮਾਰੇ ਜਾਣ ਦੇ ਕਾਬਲ ਨੇ। ਸੋ ਜ਼ਾਹਰ ਹੈ ਕਿ ਇਹ ਨਾ ਤਾਂ ਸਿੱਖ ਦੇ ਵਿੱਚ ਕੋਈ ਕਨਸੈਪਟ ਹੈ ਧਰਤੀ ਨੂੰ, ਜਿਹੜਾ ਉਹ ਮਿੱਟੀ ਨੂੰ ਪੂਜਣ ਦਾ, ਅਸੀਂ ਇੱਕ ਰੱਬ ਦੇ ਵਿੱਚ ਯਕੀਨ ਰੱਖਦੇ ਹਾਂ, ਔਰ ਇਸਲਾਮ ਦੇ ਵਿੱਚ ਵੀ ਜ਼ਾਹਰ ਹੈ ਉਹ ਤਾਂ ਬਿਲਕੁਲ ਜਿਹੜਾ ਤੌਹੀਦ ਦੀ ਗੱਲ ਹੈ। ਇਹੀ ਕਾਰਨ ਸੀ ਕਿ ਕਦੇ ਵੀ ਨਾ ਹੀ ਇਸਲਾਮ ਨੂੰ ਮੰਨਣ ਵਾਲਿਆਂ ਨੇ ਜਾਂ ਸਿੱਖੀ ਨੂੰ ਮੰਨਣ ਵਾਲਿਆਂ ਨੇ ਇਸ ਨੂੰ ਨਹੀਂ ਕੀਤਾ, ਨਾ ਇਹਦਾ ਕਦੇ ਗਾਇਨ ਹੋਇਆ, ਨਾ ਕਿਤੇ ਜਿਹੜਾ ਇਸ ਸਾਰੇ ਨੂੰ ਪੰਜਾਬ ਦੇ ਵਿੱਚ ਕਿਤੇ ਵੀ। ਫਿਰ ਓਰੀਜਨਲ ਉਹਦੀ ਤੁਸੀਂ ਵਰਜਨ ਦੇਖਦੇ ਹੋ ਬੰਗਲਾ ਦੇ ਵਿੱਚ ਹੈ, ਔਰ ਉਹ ਜਿਹੜੀ ਦੂਸਰੇ ਨੇ ਜਿਹੜੇ ਉਹਨਾਂ ਨੇ ਡ੍ਰੌਪ ਆਫ ਛੱਡੇ ਪਹਿਰੇ ਕਿ ਵੀ ਉਹ ਨਹੀਂ ਹੈ, ਸਿਰਫ ਪਹਿਲੇ 2 ਸੈਂਟੈਂਜ਼ੇ ਨੇ, ਦੂਸਰੇ ਜਿਹੜੇ ਨੇ ਉਹ ਐਂਟੀ ਮੁਸਲਮ ਨੇ ਖੁੱਲ੍ਹ ਕੇ ਉਹਨਾਂ 'ਚ ਮੁਸਲਮਾਨਾਂ ਦੇ ਖੂਨ ਬਹਾਨ ਨੂੰ ਜਿਹੜਾ ਉਹ ਦੁਰਗਾ ਪੂਜਨ ਦਾ ਹਿੱਸਾ ਦੱਸਿਆ ਹੋਇਆ। ਸੋ ਮੈਂ ਸਮਝਦਾ ਵੀ ਇੱਕ ਪਾਸੇ ਸਾਡੇ ਵੀ ਜਿਹੜੇ ਲੋਕ ਨੇ, ਕਿਉਂਕਿ ਪੜ੍ਹਨ ਲਿਖਣ ਦਾ ਬਹੁਤਿਆਂ ਨੂੰ ਸ਼ੌਕ ਨਹੀਂ ਹੈ, ਉਹ ਵੀ ਇੱਕ ਬਹਾ ਦੇ ਵਿੱਚ ਬਹਿਣ ਦਾ। ਔਰ ਇਹ ਜਿਵੇਂ ਜੈ ਸ਼੍ਰੀ ਰਾਮ ਕਹਾਣ ਦੇ ਲਈ ਜ਼ਬਰਦਸਤੀ ਕੋਈ ਬੁੱਢਾ ਹੋਏ, ਬੱਚਾ ਹੋਏ, ਕੋਈ ਉਹਨੂੰ ਫੜ ਕੇ ਮੁਸਲਮਾਨ ਨੂੰ ਉਹਦੇ ਮੂੰਹ 'ਚੋਂ ਜਿਹੜਾ ਜੈ ਸ਼੍ਰੀ ਰਾਮ ਕਹਾਣ ਦਾ ਉਹਨੂੰ ਜ਼ਲੀਲ ਕਰਨਾ ਹੈ, ਇਵੇਂ ਹੀ। ਔਰ ਇਹ ਪੁੱਛਿਆ ਇੱਕ MP ਨੇ ਸ਼ਾਇਦ ਸੋਸ਼ਲਿਸਟ ਪਾਰਟੀ ਦੇ ਕਿ ਵੀ ਤੁਸੀਂ 4 ਬੰਦਿਆਂ ਦੇ ਨਾਂ ਦੱਸੋ, ਮੋਦੀ ਅਮਿਤ ਸ਼ਾਹ ਨੂੰ ਕਿਹਾ ਜਿਹੜੇ RSS ਵਾਲਿਆਂ ਨੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਕੋਈ ਕੁਰਬਾਨੀ ਕੀਤੀ ਹੋਈ, ਕੋਈ ਜੇਲ੍ਹ ਗਿਆ ਹੋਏ, ਕਿਸੇ 4 ਨੇ ਵੰਦੇ ਮਾਤਰਮ ਗਾਉਂਦਿਆਂ ਜਦੋਂ ਉਹਦੇ ਤੇ ਪਾਬੰਦੀ ਲਾਈ ਅੰਗਰੇਜ਼ਾਂ ਨੇ, ਤੁਹਾਡਾ ਕੋ ਅੰਦਰ ਗਿਆ ਹੋਇਆ ਵੀ ਤੁਸੀਂ ਤਾਂ ਕਿੰਨੇ ਸਾਲ ਈਵਨ ਤਿਰੰਗਾ ਨਹੀਂ ਲਹਿਰਾਇਆ ਆਪਣੇ RSS ਹੈਡਕੁਆਟਰ ਤੇ। ਲੇਕਿਨ ਇਹ ਹੁਣ ਮੁਸਲਮਾਨਾਂ, ਸਿੱਖਾਂ, ਬੌਧੀਆਂ, ਜੈਨੀਆਂ, ਦੂਜਿਆਂ ਨੂੰ ਉਹਨਾਂ 'ਚੋਂ ਥਰਸਟ ਕਰ ਰਹੇ ਨੇ, ਉਹਨਾਂ ਦੇ ਅੰਦਰ ਵਾੜ ਰਹੇ ਨੇ ਕਿ ਜੀ ਤੁਸੀਂ ਜਿਹੜਾ ਇਹ ਵੰਦੇ ਮਾਤਰਮ ਕਹੋ ਕਿ ਹੇ ਮਾਂ ਮੈਂ ਤੇਰੀ ਬੰਦਾ, ਸਭ ਨੂੰ ਹਿੰਦੂ ਬਣਾਓ ਤੁਸੀਂ। ਇਹੀ ਪਾਰਟ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।